हाँ जी राजे, नैक्सट आपां करना हैगा वाउचिंग ऑफ कैश पेमेंट्स। ठीक है, लास्ट आपां कीता सीगा कैश रिसिप्ट, हुण आपां करांगे कैश पेमेंट। ठीक है, कि क्रैडिट साइड जिहड़ी कैश बुक दी हुंदी है ਉਹਦਾ ऑडिटिंग करनी होवे तो ਉਹਦੇ ਵਿੱਚ ਕੀ स्टैप्स ਹੁੰਦੇ ਨੇ, ਕੀ ऑडिटर ने चैक करना ਹੁੰਦਾ। ठीक है, सिस्टम ਇਹਦਾ ਉਹੀ ਰਹੇਗਾ कि ਪਹਿਲਾਂ इंटरनल कंट्रोल ਉਹ ਦੇਖੇਗਾ कि ਕਿੰਨਾ ਕੁ स्ट्रोंग है कंपनी ਦਾ, दैन ਉਹਦੇ बेस ਤੇ डिसाइड करेगा कि ਉਹਨੇ टेस्ट चैकिंग अप्लाई करनी है या फिर थारो चैकिंग करनी है। ठीक है, ਜਿਹੜੀ पेमेंट साइड ਹੁੰਦੀ है राजे, ਇਹਦੇ ਜਿਹੜੇ कंपैरिजनस ਹੁੰਦੇ ਨੇ है ना रिसिप्ट ਨਾਲੋਂ, ਉਹਦੇ 'ਚ ਫਰੋਡ ਘੱਟ ਹੁੰਦਾ ਹੈ ਨਾ, ਕਿਉਂਕਿ ਕੈਸ਼ ਦੀ ਜਿਹੜੀ ਡਾਇਰੈਕਟ ਇਨਵੋਲਵਮੈਂਟ ਨਹੀਂ ਹੁੰਦੀ। ਜ਼ਿਆਦਾਤਰ ਪੇਮੈਂਟਸ ਕਿਵੇਂ ਕੀਤੀਆਂ ਜਾਂਦੀਆਂ, ਚੈੱਕ ਦੇ ਥਰੂ ਹੀ ਕੀਤੀਆਂ ਜਾਂਦੀਆਂ, ਬਟ ਸਟਿਲ ਪ੍ਰੀਕੋਸ਼ਨਸ ਰੱਖਣੀਆਂ ਚਾਹੀਦੀਆਂ, ਕਿਉਂਕਿ ਐਵੇਂ ਹੁੰਦਾ ਨਾ ਕਿ ਪੇਮੈਂਟ ਕਿਸੇ ਫੇਕ ਬੰਦੇ ਨੂੰ ਨਾ ਕਰ ਦਿੱਤੀ ਜਾਵੇ, ਜਾਂ ਫਿਰ ਕ੍ਰੈਡੀਟਰ ਨੂੰ ਪੇਮੈਂਟ ਕਰਨ ਦੀ ਬਜਾਏ ਪਰਸਨਲ ਅਕਾਊਂਟ 'ਚ ਨਾ ਕਿਸੇ 'ਚ ਪੇਮੈਂਟ ਕਰ ਦਿੱਤੀ ਜਾਵੇ। ਠੀਕ ਹੈ, ਸੋ ਵਾਊਚਿੰਗ ਕਰਦੇ ਟਾਈਮ ਆਡੀਟਰ ਨੇ ਪਹਿਲੀਆਂ ਕਿਹੜੀਆਂ ਚੀਜ਼ਾਂ ਧਿਆਨ ਰੱਖਣੀਆਂ। ਠੀਕ ਹੈ, ਜਦੋਂ ਇੰਟਰਨਲ ਕੰਟਰੋਲ ਉਹ ਚੈੱਕ ਕਰੇਗਾ, ਉਦੋਂ ਕਿਹੜੀਆਂ ਚੀਜ਼ਾਂ ਉਹਨੇ ਦੇਖਣੀਆਂ। ਠੀਕ ਹੈ, ਪਹਿਲੀ ਚੀਜ਼ ਤਾਂ ਉਹੀ ਦੇਖੇਗਾ ਵੀ ਜਿਹੜੇ ਕ੍ਰੈਡੀਟਰ ਨੂੰ ਪੇਮੈਂਟ ਹੋਣੀ ਸੀ, ਠੀਕ ਹੈ, ਜਿਹੜੇ ਪਰਸਨ ਨੂੰ ਪੇਮੈਂਟ ਹੋਣੀ ਸੀ ਕੰਪਨੀ ਵੱਲੋਂ, ਵੀ ਉਸੇ ਨੂੰ ਹੀ ਕੀਤੀ ਜਾਵੇ। ਦੂਜਾ ਕੀ ਚੈੱਕ ਕਰੇਗਾ ਵੀ ਪੇਮੈਂਟ ਬਿਜ਼ਨਸ ਲਈ ਹੀ ਕੀਤੀ ਜਾਵੇ। ਠੀਕ ਹੈ, ਐ ਨਾ ਹੋਵੇ ਵੀ ਕਿਸੇ ਦਾ ਪਰਸਨਲ ਕ੍ਰੈਡੀਟਰ ਸੀ ਅਤੇ ਉਹਨੂੰ ਪੇਮੈਂਟ ਕੀਤੀ ਹੋਵੇ। ਠੀਕ ਹੈ, ਪੇਮੈਂਟ ਕਿਹਨੂੰ ਕੀਤੀ ਜਾਵੇ, ਬਿਜ਼ਨਸ ਲਈ ਹੀ ਕੀਤੀ ਜਾਵੇ। ਨੈਕਸਟ ਕਿ ਜਿਹੜੀ ਅਮਾਊਂਟ ਹੈ, ਠੀਕ ਹੈ, ਜਿਹੜੀ ਕੈਸ਼ ਬੁੱਕ 'ਚ ਅਮਾਊਂਟ ਸ਼ੋ ਹੋ ਰਹੀ ਹੈ ਪਲੱਸ ਜਿਹੜੀ ਵਾਊਚਰ 'ਚ ਅਮਾਊਂਟ ਸ਼ੋ ਹੋ ਰਹੀ ਹੈ, ਠੀਕ ਹੈ, ਇਹ ਦੋਵੇਂ ਮੈਚ ਕਰਦੀਆਂ ਹੋਣ। ਐ ਨਾ ਹੋਵੇ ਵੀ ਕੈਸ਼ ਬੁੱਕ 'ਚ ਜਿਹੜੀ ਪੇਮੈਂਟ ਹੈ, ਠੀਕ ਹੈ, ਉਹ ਘੱਟ ਸ਼ੋ ਹੋਦੀ ਹੋਵੇ ਅਤੇ ਵਾਊਚਰ 'ਚ ਜ਼ਿਆਦਾ ਹੋ ਰਹੀ ਹੋਵੇ, ਹੈ ਨਾ, ਅਤੇ ਕ੍ਰੈਡੀਟਰ ਨੂੰ ਜ਼ਿਆਦਾ ਪੇਮੈਂਟ ਕੀਤੀ ਹੋਵੇ। ਇਹ ਚੀਜ਼ ਨਹੀਂ ਹੋਣੀ ਚਾਹੀਦੀ। ਠੀਕ ਹੈ, ਦੈਨ ਜੇ ਕੋਈ ਵੀ ਪੇਮੈਂਟ ਹੈ ਰਾਜੇ, ਤਾਂ ਉਹ ਨਾ ਸੈਂਕਸ਼ਨ ਹੁੰਦੀ ਹੈ ਇੱਕ ਆਫਿਸਰ ਵੱਲੋਂ। ਠੀਕ ਹੈ, ਮੋਸਟਲੀ ਉਹ CFO ਹੁੰਦਾ ਕੰਪਨੀ ਦਾ। ਠੀਕ ਹੈ, ਵੀ ਉਹ ਸਾਈਨ ਕਰਕੇ ਦਿੰਦਾ ਵੀ ਹਾਂ ਪੇਮੈਂਟ ਕਰ ਦਿਓ ਉਸ ਬੰਦੇ ਨੂੰ। ਠੀਕ ਹੈ, ਉਹ ਆਥੋਰਾਈਜੇਸ਼ਨ ਦਿੰਦਾ। ਤਾਂ ਹਰ ਪੇਮੈਂਟ ਉਹ ਆਫਿਸਰ ਹੁੰਦਾ ਜਿਹੜਾ ਕੰਪਨੀ ਦਾ, ਉਹਦੇ ਵੱਲੋਂ ਸੈਂਕਸ਼ਨ ਹੋਣੀ ਚਾਹੀਦੀ ਵੀ ਹਾਂ ਕ੍ਰੈਡੀਟਰ ਨੂੰ ਪੇਮੈਂਟ ਕਰ ਦਿੱਤੀ ਜਾਵੇ। ਠੀਕ ਹੈ, ਹਰ ਪੇਮੈਂਟ ਹੁੰਦੀ ਹੈ ਇਹ, ਐ ਨਹੀਂ ਹੁੰਦਾ ਵੀ ਇਹ ਦਿਨੇ ਸਵੇਰੇ ਇੱਕ ਵਾਰੀ ਪਰਮਿਸ਼ਨ ਲੈ ਲਈ ਅਤੇ ਦਿਨ 'ਚ ਜਿੰਨੀਆਂ ਮਰਜ਼ੀ ਪੇਮੈਂਟਸ ਕਰ ਦਿਓ, ਇਹ ਨਹੀਂ ਹੁੰਦਾ। ਹਰ ਪੇਮੈਂਟ ਲਈ ਅਲੱਗ ਪਰਮਿਸ਼ਨ ਲੈਣੀ ਪੈਂਦੀ ਹੈ। ਠੀਕ ਹੈ, ਨੈਕਸਟ ਦੇਖੋ ਰਾਜੇ, ਪੇਮੈਂਟ ਕਰਦੇ ਹੋਏ ਪ੍ਰੋਪਰ ਅਕਾਊਂਟ ਡੈਬਿਟ ਹੋਣੇ ਚਾਹੀਦੇ ਨੇ। ਠੀਕ ਹੈ, ਜਦੋਂ ਵੀ ਕਿਸੇ ਕ੍ਰੈਡੀਟਰ ਨੂੰ ਪੇਮੈਂਟ ਹੁੰਦੀ ਹੈ ਤਾਂ ਉਹਦਾ ਅਕਾਊਂਟ ਕੀ ਕਰ ਦਿੱਤਾ ਜਾਂਦਾ, ਡੈਬਿਟ, ਹੈ ਨਾ, ਹੁੰਦਾ ਨਾ, ਜਦੋਂ ਵੀ ਕ੍ਰੈਡੀਟਰ ਨੂੰ ਪੇਮੈਂਟ ਕਰਦੇ ਹਾਂ ਤਾਂ ਉਹਨੂੰ ਡੈਬਿਟ ਕਰਦੇ ਹਾਂ ਅਤੇ ਕ੍ਰੈਡਿਟ ਕੀ ਕਰਦੇ ਹਾਂ, ਕੈਸ਼ ਜਾਂ ਬੈਂਕ, ਹੈ ਨਾ। ਸੋ ਜਿਹਨੂੰ ਪੇਮੈਂਟ ਹੋ ਰਹੀ ਹੈ ਉਹਨੂੰ ਪ੍ਰੋਪਰਲੀ ਉਹਦਾ ਅਕਾਊਂਟ ਡੈਬਿਟ ਕੀਤਾ ਜਾਵੇ। ਠੀਕ ਹੈ, ਦੈਨ ਪੇਮੈਂਟ ਕਰਨ ਲਈ ਰਾਜੇ ਕੰਪਨੀਜ਼ ਐਕਟ ਦੇ ਕੁਛ ਕੁ ਕੰਪਲਾਇੰਸਿਸ ਨੇ, ਰੂਲਸ ਐਂਡ ਰੈਗੂਲੇਸ਼ਨ ਨੇ। ਠੀਕ ਹੈ, ਉਹ ਆਡੀਟਰ ਚੈੱਕ ਕਰੇਗਾ ਵੀ ਉਹ ਪੂਰੇ ਹੋ ਰਹੇ ਨੇ ਕਿ ਨਹੀਂ। ਠੀਕ ਹੈ, ਦੈਨ ਇੱਕ ਰਫ ਕੈਸ਼ ਬੁੱਕ ਹੁੰਦੀ ਹੈ। ਠੀਕ ਹੈ, ਉਹਨੂੰ ਕੰਪੇਅਰ ਕਰ ਸਕਦਾ ਉਹ ਕੈਸ਼ ਬੁੱਕ ਨਾਲ ਆਡੀਟਰ, ਇਹ ਦੇਖਣ ਲਈ ਵੀ ਕੋਈ ਫਿਕਟੀਸ਼ੀਅਸ ਪੇਮੈਂਟ ਤਾਂ ਨਹੀਂ ਕੀਤੀ ਗਈ, ਮਤਲਬ ਕੋਈ ਇਹੋ ਜਿਹੀ ਪੇਮੈਂਟ ਤਾਂ ਨਹੀਂ ਸ਼ੋ ਕੀਤੀ ਹੋਈ ਕੈਸ਼ ਬੁੱਕ 'ਚ ਜਿਹੜਾ ਅਸਲ ਵਿੱਚ ਕ੍ਰੈਡੀਟਰ ਹੈ ਹੀ ਨਹੀਂ ਗਾ, ਹੈ ਨਾ। ਅਤੇ ਉਹ ਪੇਮੈਂਟ ਕਿਹਨੇ ਰੱਖ ਲਈ, ਕੈਸ਼ੀਅਰ ਨੇ ਜਾਂ ਜਿਹੜੇ ਵੀ ਪਰਸਨ ਨੇ ਪੇਮੈਂਟ ਕੀਤੀ ਉਹ ਆਪ ਹੀ ਰੱਖ ਲਈ। ਠੀਕ ਹੈ, ਫਿਕਟੀਸ਼ੀਅਸ ਪੇਮੈਂਟ, ਝੂਠੀਆਂ ਪੇਮੈਂਟਸ। ਠੀਕ ਹੈ, ਇਹ ਚੀਜ਼ ਆਡੀਟਰ ਨੇ ਚੈੱਕ ਕਰਨੀ ਹੁੰਦੀ ਹੈ ਜਦੋਂ ਉਹ ਕ੍ਰੈਡਿਟ ਸਾਈਡ ਚੈੱਕ ਕਰਦਾ ਹੈ ਜਾਂ ਪੇਮੈਂਟ ਸਾਈਡ ਚੈੱਕ ਕਰਦਾ ਹੈ ਕੈਸ਼ ਬੁੱਕ ਦੀ। ਠੀਕ ਹੈ, ਦੈਨ ਨੈਕਸਟ ਦੇਖੋ ਰਾਜੇ, ਜਿਵੇਂ ਆਪਾਂ ਰਿਸਿਪਟ ਸਾਈਡ ਦੇ ਉਹ ਕੀਤੇ ਸੀਗੇ ਕਿ ਉਹਨਾਂ 'ਚ ਅਕਾਊਂਟਸ ਕਿਵੇਂ ਚੈੱਕ ਕਰਨੇ ਆ, ਉਵੇਂ ਪੇਮੈਂਟ ਸਾਈਡ ਦੇ ਵੀ ਕੁਛ ਕੁ ਕਰ ਲੈਂਦੇ ਹਾਂ। ਠੀਕ ਹੈ, ਇਹ ਵੀ ਕਾਫੀ ਨੇ, ਜਿਹੜੇ ਤੁਹਾਨੂੰ ਈਜ਼ੀ ਲੱਗੇ ਉਹ ਕਰ ਲਿਓ। ਠੀਕ ਹੈ, ਜ਼ਰੂਰੀ ਨਹੀਂ ਵੀ ਤੁਸੀਂ ਸਾਰੇ ਹੀ ਕਰਨੇ ਹੈ। ਠੀਕ ਹੈ, ਜਿਵੇਂ ਫਸਟ ਦੇਖੋ, ਇਹਨਾਂ ਨੇ ਫਸਟ ਦਿੱਤਾ ਹੋਇਆ ਇੱਥੇ ਓਪਨਿੰਗ ਬੈਲੈਂਸ ਵਾਲਾ। ਓਪਨਿੰਗ ਬੈਲੈਂਸ ਕੀ ਹੈ ਰਾਜੇ, ਇਨ ਐਨੀ ਕੇਸ ਓਵਰਡਰਾਫਟ ਹੋਵੇ। ਠੀਕ ਹੈ, ਓਵਰਡਰਾਫਟ ਹੋਵੇ ਤਾਂ ਪਿਛਲੇ ਸਾਲ ਦੀ ਕਲੋਜ਼ਿੰਗ ਬੈਲੈਂਸ ਸ਼ੀਟ ਹੋਏਗੀ ਜਿਹੜੀ, ਉਹ 'ਚ ਜਿਹੜਾ ਕਲੋਜ਼ਿੰਗ ਬੈਲੈਂਸ ਹੋਏਗਾ, ਹੈ ਨਾ, ਉਹ ਅਤੇ ਇਸ ਸਾਲ ਦਾ ਓਪਨਿੰਗ ਬੈਲੈਂਸ ਸੇਮ ਹੋਏਗਾ। ਠੀਕ ਹੈ, ਤਾਂ ਆਡੀਟਰ ਉਹ ਓਪਨਿੰਗ ਬੈਲੈਂਸ ਕਿਹਦੇ ਨਾਲ ਕਨਫਰਮ ਕਰਦਾ, ਪਿਛਲੇ ਸਾਲ ਦੀ ਜਿਹੜੀ ਆਡੀਟਡ ਬੈਲੈਂਸ ਸ਼ੀਟ ਹੁੰਦੀ ਹੈ ਉਹਦੇ ਨਾਲ। ਠੀਕ ਹੈ, ਵੀ ਸੇਮ ਸਾਈਡ ਹੈ, ਪਲੱਸ ਉਹ ਇਹ ਦੇਖੇਗਾ ਜੇ ਉਹਦੇ 'ਚ ਕ੍ਰੈਡਿਟ ਬੈਲੈਂਸ ਹੈ ਤਾਂ ਇੱਥੇ ਵੀ ਕ੍ਰੈਡਿਟ ਬੈਲੈਂਸ ਹੋਵੇ। ਠੀਕ ਹੈ, ਜੇ ਉਹਦੇ 'ਚ ਡੈਬਿਟ ਬੈਲੈਂਸ ਹੈ ਤਾਂ ਇਹਦੇ 'ਚ ਵੀ ਡੈਬਿਟ ਬੈਲੈਂਸ ਹੋਵੇ। ਠੀਕ ਹੈ, ਨੈਕਸਟ ਦੇਖੋ ਰਾਜੇ, ਕੈਸ਼ ਪਰਚੇਜ਼ਿਸ।
ਵੈਸੇ ਤਾਂ ਜਿਹੜੀ ਕੰਪਨੀਆਂ ਹੁੰਦੀਆਂ ਰਾਜੇ, ਬਿਗ ਕੰਪਨੀਜ਼ ਹੁੰਦੀਆਂ ਨੇ ਨਾ, ਉਹ ਕ੍ਰੈਡਿਟ ਪਰਚੇਜ਼ ਕਰਦੇ ਆ, ਠੀਕ ਹੈ, ਕੈਸ਼ ਪਰਚੇਜ਼ ਨੂੰ ਅਵੋਇਡ ਕਰਦੇ ਆ। ਬਟ ਕਈ ਵਾਰੀ ਇਹ ਹੋ ਜਾਂਦਾ ਕਿ ਐਮਰਜੈਂਸੀ ਆ ਜਾਂਦੀ ਹੈ ਅਤੇ ਉਹਨਾਂ ਨੂੰ ਕੈਸ਼ ਪਰਚੇਜ਼ ਕਰਨੀ ਪੈ ਜਾਂਦੀ ਹੈ, ਠੀਕ ਹੈ, ਮੌਕੇ 'ਤੇ ਪੈਸੇ ਦੇ ਕੇ ਫਿਰ ਉਹ ਸਮਾਨ ਖਰੀਦ ਲੈਂਦੇ ਹੈ। ਤਾਂ ਉਹ ਕੈਸ਼ ਪਰਚੇਜ਼ਸ ਨੂੰ ਆਡੀਟਰ ਕਿਵੇਂ ਚੈੱਕ ਕਰੇਗਾ ਵੀ ਉਹਨਾਂ ਦੀ ਪੇਮੈਂਟ ਉਦੋਂ ਹੀ ਕੀਤੀ ਗਈ ਹੋਵੇ ਜਦੋਂ ਗੁੱਡਸ ਰਿਸੀਵ ਹੋ ਗਿਆ ਹੋਣ, ਠੀਕ ਹੈ, ਐਕਚੁਅਲ 'ਚ ਸਟੋਰ ਕੀਪਰ ਨੇ ਗੁੱਡਸ ਰਿਸੀਵ ਕਰ ਲਿਆ ਹੋਣ। ਅਤੇ ਉਹਨੂੰ ਉਹ ਕਿਹਦੇ ਨਾਲ ਕੰਪੇਅਰ ਕਰੇਗਾ, ਜਿਹੜਾ ਸਟੋਰ ਕੀਪਰ ਨੇ ਗੁੱਡਸ ਇਨਵਰਡ ਰਜਿਸਟਰ ਰੱਖਿਆ ਹੁੰਦਾ, ਠੀਕ ਹੈ, ਉਹਦੇ ਨਾਲ ਕੰਪੇਅਰ ਕਰੇਗਾ ਉਹ, ਠੀਕ ਹੈ। ਨੈਕਸਟ ਦੇਖੋ ਪੇਮੈਂਟ ਟੂ ਕ੍ਰੈਡੀਟਰ। ਜੇ ਕਿਸੇ ਕ੍ਰੈਡੀਟਰ ਨੂੰ ਪੇਮੈਂਟ ਕੀਤੀ ਗਈ ਹੈ, ਠੀਕ ਹੈ, ਤਾਂ ਉਹ ਕਿੰਨੀ ਪੇਮੈਂਟ ਕੀਤੀ ਗਈ ਹੈ, ਜਿੰਨਾ ਉਹਦਾ ਅਕਾਊਂਟ ਡਿਊ ਸੀਗਾ, ਠੀਕ ਹੈ, ਓਨੀ ਹੀ ਪੇਮੈਂਟ ਕੀਤੀ ਗਈ ਹੈ, ਉਸ ਤੋਂ ਘੱਟ ਜਾਂ ਵੱਧ ਤਾਂ ਨਹੀਂ ਕੀਤੀ ਗਈ। ਪਲੱਸ ਉਹ ਕ੍ਰੈਡੀਟਰ ਬਿਜ਼ਨਸ ਦਾ ਹੀ ਸੀਗਾ, ਐਂ ਤਾਂ ਨਹੀਂ ਵੀ ਕਿਸੇ ਦਾ ਕੋਈ ਪਰਸਨਲ ਕ੍ਰੈਡੀਟਰ ਸੀ, ਠੀਕ ਹੈ। ਹੁਣ ਸਪੋਜ਼ ਕਰੋ ਕੋਈ ਕ੍ਰੈਡੀਟਰ ਹੈ, ਉਹਨੂੰ ਉਹਦੀ ਪੇਮੈਂਟ ਕੀਤੀ ਗਈ ਉਹਨੂੰ 900, ਠੀਕ ਹੈ, ਅਤੇ ਉਹਦੇ ਵੱਲ ਅਮਾਊਂਟ ਡਿਊ ਸੀਗੀ 1000 ਰੁਪੀਜ਼, ਠੀਕ ਹੈ, ਅਤੇ ਕੰਪਨੀ ਨੇ ਉਹਦੀ ਫੁੱਲ ਸੈਟਲਮੈਂਟ ਕਰਤੀ, ਅਤੇ ਜਿਹੜੇ 100 ਰੁਪੀਜ਼ ਦਾ ਡਿਫਰੈਂਸ ਹੈ ਉਹ ਕੀ ਮੈਂਸ਼ਨ ਹੋਊਗਾ ਐਜ਼ ਅ ਡਿਸਕਾਊਂਟ ਰਿਸੀਵਡ, ਠੀਕ ਹੈ। ਹੁਣ ਸਪੋਜ਼ ਕਰੋ ਉਹਦੇ ਵੱਲ ਪੇਮੈਂਟ ਹੀ 900 ਦੀ ਜਾਣੀ ਸੀਗੀ, ਠੀਕ ਹੈ, ਉਹਦਾ ਅਕਾਊਂਟ ਕਿੰਨੇ ਨਾਲ ਸੀਗਾ, ਕ੍ਰੈਡਿਟ 900 ਨਾਲ ਸੀਗਾ, ਅਤੇ ਉਹਨੂੰ ਪੇਮੈਂਟ ਕਰਤੀ 1000 ਰੁਪੀਜ਼ ਦੀ, ਠੀਕ ਹੈ। ਅਤੇ ਉਸ ਕੇਸ 'ਚ ਕੀ ਹੋਏਗਾ, ਜਾਂ ਤਾਂ ਉਹਨੂੰ ਐਡਵਾਂਸ ਪੇਮੈਂਟ ਕੀਤੀ ਗਈ ਹੋਏਗੀ, ਠੀਕ ਹੈ, ਜਾਂ ਫਿਰ ਉਹ ਮਿਸਟੇਕ ਨਾਲ 1000 ਰੁਪੀਜ਼ ਗਏ ਹੋਣਗੇ, ਅਤੇ ਆਡੀਟਰ ਨੇ ਇੱਥੇ ਇਹ ਚੈੱਕ ਕਰਨਾ ਹੋਏਗਾ ਵੀ ਉਹ ਐਡਵਾਂਸ ਹੈ ਕਿ ਉਹ ਕੋਈ ਮਿਸਟੇਕ ਹੈ। ਜੇ ਐਡਵਾਂਸ ਹੈ ਤਾਂ ਐਡਵਾਂਸ ਕਿਉਂ ਦਿੱਤਾ ਗਿਆ, ਕਿਹੜੀਆਂ ਕੰਡੀਸ਼ਨਸ 'ਚ ਦਿੱਤਾ ਗਿਆ, ਠੀਕ ਹੈ। ਜੇ ਉਹ ਮਿਸਟੇਕ ਹੈ ਤਾਂ ਫਿਰ ਐਰਰ ਹੈ ਕਿ ਫਰੋਡ ਹੈ, ਠੀਕ ਹੈ, ਇਹ ਚੀਜ਼ ਚੈੱਕ ਕੀਤੀ ਜਾਏਗੀ। ਦੈਨ ਨੈਕਸਟ ਦੇਖੋ ਰਾਜੇ BP ਬਿਲਸ ਪੇਬਲ, ਠੀਕ ਹੈ। ਬਿਲਸ ਪੇਬਲ ਦਾ ਉਹੀ ਹੈ ਰਾਜੇ ਕਿ ਜਿਹੜੇ ਬਿਲਸ ਪੇਬਲ ਕਰਨੇ ਨੇ, ਠੀਕ ਹੈ, ਜੇ ਉਹਨਾਂ ਨੂੰ ਕਿਸੇ ਨੂੰ ਪੇ ਕੀਤਾ ਗਿਆ ਤਾਂ ਉਹ ਬੈਂਕ ਨਾਲ ਕਨਫਰਮ ਕੀਤੇ ਜਾਣ, ਬੈਂਕ ਸਟੇਟਮੈਂਟਸ ਨਾਲ, ਪਾਸਬੁੱਕ ਨਾਲ, ਠੀਕ ਹੈ, ਉਹਨਾਂ ਨੂੰ ਕੰਪੇਅਰ ਕੀਤਾ ਜਾਵੇ। ਜੇ ਕੋਈ ਬਿਲਸ ਪੇਬਲ ਕੈਂਸਲ ਕੀਤੇ ਗਏ ਨੇ ਪੇ ਕਰਨ ਤੋਂ ਬਾਅਦ, ਠੀਕ ਹੈ, ਤਾਂ ਉਹਨਾਂ ਨੂੰ ਪ੍ਰੋਪਰ ਰਿਕਾਰਡ ਵਿੱਚ ਰੱਖਿਆ ਜਾਵੇ ਤਾਂ ਕਿ ਆਡੀਟਰ ਉਹਨਾਂ ਨੂੰ ਯੂਜ਼ ਕਰ ਸਕੇ ਵਾਊਚਿੰਗ ਪਰਪਸ ਲਈ, ਠੀਕ ਹੈ। ਨੈਕਸਟ ਦੇਖੋ ਰਾਜੇ, ਨੈਕਸਟ ਦੇ ਵਿੱਚ ਪੁਆਇੰਟ ਹੈ ਬਿਲਜ਼ ਰਿਸੀਵੇਬਲ ਡਿਸਕਾਊਂਟਡ ਬਟ ਡਿਸਓਨਰਡ, ਠੀਕ ਹੈ। ਜਦੋਂ ਕੰਪਨੀ ਨੂੰ BR ਰਿਸੀਵ ਹੋਏ ਸੀਗੇ, ਠੀਕ ਹੈ, ਕੰਪਨੀ ਨੇ ਕੀ ਕੀਤਾ ਕਿ ਉਹਨਾਂ ਦੀ ਡਿਊ ਡੇਟ ਤੋਂ ਪਹਿਲਾਂ ਹੀ ਉਹਨੂੰ ਬੈਂਕ ਤੋਂ ਡਿਸਕਾਊਂਟ ਕਰਾ ਲਿਆ, ਹੈ ਨਾ, ਅਤੇ ਜਦੋਂ ਉਹਨਾਂ ਦੀ ਡਿਊ ਡੇਟ ਆਈ ਤਾਂ ਜਿਹੜਾ ਉਹਨਾਂ ਦਾ ਡੈਟਰ ਸੀਗਾ ਉਹਨੇ ਪੇਮੈਂਟ ਨਹੀਂ ਕੀਤੀ, ਤਾਂ ਉਹ ਜਿਹੜਾ ਬਿੱਲ ਸੀ ਡਿਸਓਨਰਡ ਹੋ ਗਿਆ, ਹੈ ਨਾ। ਹੁਣ ਕੀ ਹੋਏਗਾ, ਜਿਹੜੀ ਕੰਪਨੀ ਹੋਏਗੀ ਉਹ ਜਿਹੜਾ ਬੈਂਕ ਹੋਏਗਾ ਉਹ ਡਿਸਓਨਰ ਬਿੱਲ ਦੀ ਜਿਹੜੀ ਅਮਾਊਂਟ ਹੈ ਉਹ ਕੰਪਨੀ ਦੇ ਅਕਾਊਂਟ 'ਚੋਂ ਡਿਡਕਟ ਕਰੇਗਾ, ਠੀਕ ਹੈ। ਸੋ ਉਹਦੀ ਪ੍ਰੋਪਰ ਅਕਾਊਂਟਿੰਗ ਕਰਨੀ ਪਏਗੀ ਕੰਪਨੀ ਨੂੰ, ਦੁਬਾਰਾ ਡੈਟਰ ਨੂੰ ਅਪਰੋਚ ਕਰਨਾ ਪਏਗਾ ਵੀ ਤੁਹਾਡਾ ਬਿੱਲ ਕੈਂਸਲ ਹੋ ਗਿਆ, ਤੁਸੀਂ ਸਾਨੂੰ ਜਾਂ ਤਾਂ ਚੈੱਕ ਦਿਓ ਜਾਂ ਕੈਸ਼ ਪੇਮੈਂਟ ਕਰਕੇ ਜਾਓ ਜਾਂ ਫਿਰ ਦੁਬਾਰਾ BR ਬਣਾ ਕੇ ਦਿਓ, ਠੀਕ ਹੈ। ਪਲੱਸ ਜਿਹੜੇ ਡਿਸਕਾਊਂਟਡ ਚਾਰਜਿਸ ਬੈਂਕ ਕੱਟਦੀ ਹੈ ਨਾ, ਅਤੇ ਡਿਸਓਨਰ ਹੋਣ ਤੋਂ ਬਾਅਦ ਵੀ ਬੈਂਕ ਚਾਰਜਿਸ ਕੱਟਦੀ ਹੈ, ਉਹ ਸਾਰੇ ਚਾਰਜਿਸ ਡੈਟਰ ਨੂੰ ਦਿੱਤੇ ਜਾਣ ਵੀ ਤੂੰ ਹੁਣ ਇਹ ਚਾਰਜਿਸ ਪੇ ਕਰ, ਕਿਉਂਕਿ ਤੇਰੇ ਕਰਕੇ ਸਾਨੂੰ ਇਹ ਐਕਸਟਰਾ ਐਕਸਪੈਂਸ ਕਰਨਾ ਪਿਆ, ਠੀਕ ਹੈ। ਸੋ ਇਹ ਸਾਰੀਆਂ ਚੀਜ਼ਾਂ ਆਡੀਟਰ ਕੀ ਹੈ, ਇੱਕ ਮਿੰਟ, ਚੈੱਕ ਕਰੇਗਾ ਵਾਊਚਿੰਗ ਵਿੱਚ, ਠੀਕ ਹੈ। ਨੈਕਸਟ ਦੇਖੋ ਰਾਜੇ ਵੇਜਿਸ 'ਚ ਰਾਜੇ ਜ਼ਿਆਦਾਤਰ ਧਿਆਨ ਦੇਣ ਦੀ ਲੋੜ ਹੁੰਦੀ ਹੈ ਕਿਉਂਕਿ ਬਹੁਤ ਸਾਰੇ ਵਰਕਰਸ ਹੁੰਦੇ ਨੇ ਜਿਨ੍ਹਾਂ ਨੂੰ ਜਿਹੜੀ ਪੇਮੈਂਟ ਹੁੰਦੀ ਹੈ ਉਹ ਕੈਸ਼ 'ਚ ਹੁੰਦੀ ਹੈ, ਠੀਕ ਹੈ। ਸੋ ਇਹਦੇ ਵਿੱਚ ਚਾਂਸ ਹੁੰਦੇ ਆ ਕਿ ਕੈਸ਼ ਇੱਧਰ ਉੱਧਰ ਹੋ ਜਾਵੇ ਜਾਂ ਇੱਕ ਅੱਧਾ ਨੋਟ ਬੰਦਾ ਖਿਸਕਾ ਲਵੇ, ਹੈ ਨਾ। ਸੋ ਇਹਦੇ ਵਿੱਚ ਮੇਜਰਲੀ ਆਡੀਟਰ ਕੀ ਚੈੱਕ ਕਰੇਗਾ ਵੀ ਕੋਈ ਡੰਮੀ ਵਰਕਰ ਨਾ ਹੋਵੇ, ਠੀਕ ਹੈ। ਡੰਮੀ ਵਰਕਰ ਕਿਵੇਂ, ਮਤਲਬ ਕਿ ਕੰਪਨੀ ਵਿੱਚ ਕੰਮ ਕਰ ਰਹੇ ਨੇ 40 ਜਾਣੇ ਬਟ ਪੇਮੈਂਟ ਜਾ ਰਹੀ ਹੈ 50 ਜਾਣਿਆਂ ਦੀ, ਠੀਕ ਹੈ, ਉਹ ਚੀਜ਼ ਨਹੀਂ ਹੋਣੀ ਚਾਹੀਦੀ। ਦੈਨ ਜਿਹੜਾ ਵਰਕਰ ਹੈ, ਠੀਕ ਹੈ, ਉਹਨੂੰ ਜਿਹੜੇ ਕੰਮ ਦੀ ਵੇਜ ਮਿਲ ਰਹੀ ਹੈ ਉਹ ਉਸ ਦਿਨ 'ਤੇ ਪ੍ਰੈਜੈਂਟ ਹੋਵੇ, ਐਂ ਨਾ ਹੋਵੇ ਵੀ ਉਸ ਦਿਨ ਉਹ ਘਰ ਬੈਠਾ ਹੋਵੇ, ਠੀਕ ਹੈ। ਜਿਵੇਂ ਉਹ ਮਹੀਨੇ ਵਿੱਚ 20 ਦਿਨ ਆਇਆ, ਠੀਕ ਹੈ, ਅਤੇ ਕੰਪਨੀ ਵਾਲੇ ਉਹਨੂੰ ਕੀ ਹੈ 30 ਦਿਨਾਂ ਦੀ ਪੇਮੈਂਟ ਦੇ ਰਹੇ ਹੈ, ਠੀਕ ਹੈ, ਇਹ ਚੀਜ਼ ਨਹੀਂ ਹੋਣੀ ਚਾਹੀਦੀ। ਮਤਲਬ ਜਿੰਨਾ ਟਾਈਮ ਉਹਨੇ ਕੰਮ ਕੀਤਾ ਉਨੇ ਟਾਈਮ ਦੀ ਹੀ ਪੇਮੈਂਟ ਹੋਣੀ ਚਾਹੀਦੀ ਹੈ। ਦੈਨ ਜਿੰਨਾ ਰੇਟ ਹੈ ਵੇਚ ਦਾ, ਠੀਕ ਹੈ,
उन्ने रेट ते ही पेमेंट होनी चाहिए है, ऐ नहीं गा भी उस तो घट या वध ते पेमेंट करी जान। ठीक है, भी जिमें एक दिन की वेज बनती है जिमें 300 है सपोज, है ना, सो 300 ही देवे। ठीक है, ना 350 ना 250, कितनी देनी चाहिए है 300। ठीक है, दैन ये देखना चाहिए भी जेडे वर्करस हैगे ने कंपनी विच, ठीक है, वो एक्चुअली कंपनी च काम कर रहे हैं, ऐ तो नहीं गा भी पिछले टाइम छड्ड गए सीगे या पिछले महीने या उन्होंने काफ़ी टाइम हो गया छड्डे नूं ते कंपनी हजे भी उन्होंने पेमेंट देई जाती है तो उन्होंने पेमेंट कोई अपने पर्सनल परपस लिए मिसयूज़ करी जाता। ठीक है, ये कित्थों पता लगेगा, रजिस्टर रखिया होंदा है भी किहड़े किहड़े वर्कर काम कर रहे हैं, किहड़े छड्ड के चले गए। ठीक है, उहदे तो पता लग जाता। ठीक है, दैन नैक्सट देखो राजे पेमेंट टू सैलरीज, पेमेंट ऑफ सैलरी सॉरी, सैलरी विच भी उही है राजे, इंपलॉइज़ नूं दित्ती जाती है। ठीक है, इन्हां नूं भी देण लई हर महीने प्रॉपर ऑफिसर सैंक्शन करता है। ठीक है, इन्हां दे हर महीने बिल बनते हैं भी किन्ना टाइम वो ऑफिस च आए हैं। ठीक है, किहड़ियां उन्होंने छुट्टियां लित्तियां हुई हैं, कोई कंपनी तो लोन तो नहीं लिता होया, एडवांस पेमेंट तो नहीं लिती हुई तो वह इंटरस्ट डिडक्ट करना। ठीक है, फिर ये देखना भी जे कोई न्यू इंपलॉई आया है, ठीक है, जो कोई ज़्यादा इंपलॉइज़ ऐड हुए हैं, सैलरीज ज़्यादा जा रही हैं, तो वो पिछे रीज़न की है भी नवे इंपलॉइज़ अपॉइंट किए गए हैं। ठीक है, उन्होंने रखा गया, ऐ तो नहीं कि भी उन्होंने कोई मिसयूज़ कर रहा है। ठीक है, सो वो चीज़ कन्फर्म करने लिए ऑडिटर की है अपॉइंटमेंट लैटर देख सकता है। ठीक है, अटेंडेंस रिकॉर्ड्स देख सकता है, प्लस अमाउंट कन्फर्म करने लिए पिछले महीने के जोड़े सैलरी स्लिप्स होंदियां ने, ठीक है, उन्होंने कन्फर्म कर सकता है कि वो बराबर ही ने, उन्होंने कोई चेंज तो नहीं है। ठीक है, दैन नैक्सट देखो राजे लोन्स, लोन्स विच की आ जाता है भी जिहड़ियां इंटरस्ट ने इंस्टॉलमेंट्स ने ते इंटरस्ट ने, ठीक है, वो टाइम टू टाइम पे कीतियां गईयां ने। ठीक है, प्लस वो उन्नियां ही पे कीतियां गईयां ने जिन्ना लोन दे कॉन्ट्रैक्ट विच है या एग्रीमेंट च है। ठीक है, दैन परचेज ऑफ इन्वेस्टमेंट देख लो राजे कि कंपनी ने जे किते पैसा इन्वेस्ट किया होया, ठीक है, किसी होर कंपनी के शेयर्स च, डिबेंचर्स या गवर्नमेंट बॉन्ड्स विच, है ना, तो उतों जी उन्होंने इन्वेस्टमेंट शो की हुई है। ठीक है, क्रेडिट साइड एक्चुअल च उन्हें को सर्टिफिकेट है ने, शेयर सर्टिफिकेट या अपना डिबेंचर होल्डर्स के सर्टिफिकेट। ठीक है, प्लस हुण जी इन्वेस्टमेंट होंगी है मेजरली बैंक अकाउंट के थ्रू होंगी है। ठीक है, तो जी कैश बुक च अमाउंट शो हो रही है प्लस जी पासबुक च अमाउंट शो हो रही है। ठीक है, उन्होंने कंपेयर करना। दैन हो सकता ला जे कोई फिक्सड एसेट खरीद ली। ठीक है, फिक्सड एसेट उन कोई भी हो सकती है, प्लांट एंड मशीनरी होगी, लैंड एंड बिल्डिंग होगी। ठीक है, अपना कोई कॉपीराइट्स हो गए, पेटेंट्स हो गए। सो इन्ना सारिया दे डॉक्यूमेंट्स चैक करता ऑडिटर भी ये कंपनी के नाम ते ही ने। ठीक है, प्लस इन्हों लैन के जोड़े एक्सपेंसिस किए गए हैं, ठीक है, उन्होंने कैपिटलाइज ही किया गया। ठीक है, उन्होंने रेवन्यू आइटम वांगू तो नहीं चार्ज किया गया। ठीक है, क्योंकि ये फिक्सड एसेट ने, इन्हों परचेज करते टाइम जिन्हों की कॉस्ट तो इलावा होर कोई एक्सपेंस भी कंपनी करती है, सपोज कमीशन दिंदी है किसी नूं या किसी नूं ब्रोकरेज दिंदी है या इंस्टॉलेशन चार्जिस दिंदी है ना, या फिर कोई लीगल वर्क ही कराना हुंदा जिवें कि कोई ज़मीन ट्रांसफर करवानी है अपने नाम ते, है ना, तो ओदी भी जे सपोज कोई पेमेंट है या स्टैंप पेपर खरीदन की कोई कॉस्ट है तो वो किहदे विच आएगी, वो फिक्सड एसेट की कॉस्ट च इनकलूड होएगी। ठीक है, तो वो कैपिटलाइज ही होएगी अमाउंट, उन्होंने रैवन्यू के नेचर वांगू ट्रीट नहीं किया जाएगा। ठीक है, सो ये सारिया चीज़ां चैक करनिया होंदियां जो कोई भी फिक्सड एसेट कंपनी खरीदती है। ठीक है, डॉक्यूमेंट्स भी जरूर चैक करेगा भी हाँ एक्चुअल च कंपनी को चीज़ हैगी है कि नहीं। दैन देखो राजे पेमेंट टू एजेंट्स कमीशन। ठीक है, जे किसी एजेंट नूं आ सी राजे वो वाले पॉइंट। ठीक है, लोन वाला, इन्वेस्टमेंट वाला, फिक्सड एसेट्स वाला। ठीक है, दैन नैक्सट देखो राजे पेमेंट ऑफ एजेंट्स कमीशन कि जे किसी एजेंट नूं कमीशन देनी है ना, सब ज़्यादातर किनूं दित्ती जाती है जिन्होंने सेल करनी होवे, जिहड़ा सेल्स एजेंट होवे, है ना, तो ओदी जिन्नी उन्हें सेल की है, ठीक है, उन्नी ही उन्होंने कमीशन मिले।
प्लस उन्होंने ਜਿਹੜੇ ਰੇਟ ਹੁੰਦੇ ਨੇ ਰਾਜੇ ਆਲਰੇਡੀ ਫਿਕਸਡ ਹੁੰਦੇ ਨੇ, ਠੀਕ ਹੈ, ਉਸੇ ਰੇਟ 'ਤੇ ਕੈਲਕੂਲੇਟ ਕਰਕੇ ਦਿੱਤੀ ਹੋਵੇ, ਠੀਕ ਹੈ। ਇਹ ਆਡੀਟਰ ਕਿੱਥੋਂ ਚੈੱਕ ਕਰੇਗਾ? ਜਿਹੜੇ ਉਹਨਾਂ ਦੇ ਏਜੰਟ ਕੰਟਰੈਕਟਸ ਹੁੰਦੇ ਨੇ ਜਾਂ ਐਗਰੀਮੈਂਟਸ ਹੁੰਦੇ ਨੇ ਉਹਨਾਂ ਨਾਲ, ਠੀਕ ਹੈ। ਨੈਕਸਟ ਰਾਜੇ ਡਾਇਰੈਕਟਰਸ ਫੀਸ। ਡਾਇਰੈਕਟਰ ਤੁਹਾਨੂੰ ਪਤਾ ਬੋਰਡ ਆਫ ਡਾਇਰੈਕਟਰਸ ਹੈ ਨਾ, ਇਹ ਜਿਹੜੇ ਹੁੰਦੇ ਨੇ ਰਾਜੇ ਇਹਨਾਂ ਦੀ ਜਿਹੜੀ ਫੀਸ ਹੁੰਦੀ ਹੈ ਨਾ ਇਹ ਸੈਲਰੀ 'ਚ ਨਹੀਂ ਹੁੰਦੀ, ਠੀਕ ਹੈ, ਕਿਉਂਕਿ ਇਹਨਾਂ ਨੂੰ ਹਰ ਮਹੀਨੇ ਨਹੀਂ ਦਿੱਤੀ ਜਾਂਦੀ। ਇਹਨਾਂ ਨੂੰ ਕਿਹਦੇ ਬੇਸ 'ਤੇ ਦਿੱਤੀ ਜਾਂਦੀ ਹੈ ਵੀ ਇਹ ਕਿਹੜੀ ਜਰਨਲ ਮੀਟਿੰਗ ਅਟੈਂਡ ਕਰਦੇ ਨੇ, ਠੀਕ ਹੈ, ਕਿੰਨੀਆਂ ਜਰਨਲ ਮੀਟਿੰਗ ਅਟੈਂਡ ਕਰਦੇ ਨੇ, ਪਲੱਸ ਕੰਪਨੀ ਨੂੰ ਇਹਨਾਂ ਦੇ ਨਾਲ ਕਿੰਨੇ ਕੁ ਪ੍ਰੋਫਿਟ ਹੋ ਰਹੇ ਨੇ, ਠੀਕ ਹੈ, ਇਹਨਾਂ ਦੇ ਡਿਸੀਜ਼ਨਸ ਲੈਣ ਨਾਲ ਕੰਪਨੀ ਨੂੰ ਕਿੰਨਾ ਕੁ ਮੁਨਾਫਾ ਹੋ ਰਿਹਾ, ਉਹਦੇ ਬੇਸ 'ਤੇ ਇਹਨਾਂ ਨੂੰ ਫੀਸ ਮਿਲਦੀ ਹੈ, ਠੀਕ ਹੈ। ਸੋ ਪਹਿਲੀ ਗੱਲ ਤਾਂ ਇਹ ਕਿ ਆਰਟੀਕਲਸ ਆਫ ਐਸੋਸੀਏਸ਼ਨ 'ਚ ਫਿਕਸ ਹੁੰਦੀ ਹੈ, ਠੀਕ ਹੈ, ਉਹਦੇ ਜਿੰਨੀ ਉੱਥੇ ਮੈਂਸ਼ਨ ਹੈ, ਠੀਕ ਹੈ, ਓਨੀ ਹੀ ਫੀਸ ਇਹਨਾਂ ਨੂੰ ਮਿਲੂਗੀ। ਦੂਜਾ ਕੀ ਹੈ ਕਿ ਜੇ ਇਹਨਾਂ ਨੇ ਕੋਈ ਮੀਟਿੰਗ ਅਟੈਂਡ ਕੀਤੀ ਹੈ ਉਹਦੀ ਹੀ ਫੀਸ ਮਿਲੂਗੀ, ਜੇ ਕੋਈ ਇਹਨਾਂ ਨੇ ਮੀਟਿੰਗ 'ਚ ਐਬਸੈਂਟ ਸੀਗੇ, ਠੀਕ ਹੈ, ਉਹਦੀ ਫੀਸ ਨਹੀਂ ਮਿਲੂਗੀ, ਠੀਕ ਹੈ। ਹੁਣ ਮੀਟਿੰਗ ਬਾਰੇ ਕਿਵੇਂ ਕਨਫਰਮ ਕਰ ਸਕਦਾ ਆਡੀਟਰ? ਉਹਦੇ ਮੀਟਿੰਗ 'ਚ ਨਾ ਸਾਈਨ ਹੁੰਦੇ ਆ ਸਾਰੇ ਜਿਨ੍ਹਾਂ ਨੇ ਵੀ ਮੀਟਿੰਗ ਅਟੈਂਡ ਕੀਤੀ ਹੁੰਦੀ ਹੈ, ਜਿਹੜੇ ਮਿਨਟਸ ਆਫ ਮੀਟਿੰਗ ਹੁੰਦੇ ਆ ਹੈ ਨਾ, ਉਹਦੇ ਤੋਂ ਚੈੱਕ ਕਰ ਸਕਦਾ, ਠੀਕ ਹੈ। ਫਿਰ ਉਹਨਾਂ ਦੇ ਅਟੈਂਡੈਂਸ ਰਜਿਸਟਰ ਮੇਨਟੇਨ ਹੋਣਗੇ, ਉਹਦੇ ਤੋਂ ਚੈੱਕ ਕਰ ਸਕਦਾ। ਦੈਨ ਨੈਕਸਟ ਦੇਖੋ ਰਾਜੇ ਇਹਨਾਂ ਦੀ ਨਾ ਇੱਕ ਓਵਰਆਲ ਲਿਮਿਟ ਹੁੰਦੀ ਹੈ ਕਿ ਕੰਪਨੀ ਨੂੰ ਜਿੰਨਾ ਪ੍ਰੋਫਿਟ ਹੋ ਰਿਹਾ, ਠੀਕ ਹੈ, ਉਸ ਪ੍ਰੋਫਿਟ ਦਾ ਵੱਧ ਤੋਂ ਵੱਧ 11% ਹੀ ਕੰਪਨੀ ਇਹਨਾਂ ਨੂੰ ਐਜ਼ ਅ ਫੀਸ ਦੇ ਸਕਦੀ ਹੈ, ਠੀਕ ਹੈ, ਉਸ 11% ਤੋਂ ਜ਼ਿਆਦਾ ਨਹੀਂ ਦੇ ਸਕਦੀ, ਠੀਕ ਹੈ। ਦੂਜਾ ਕੀ ਹੈ ਕਿ ਇਹਨੂੰ ਕਿਹਦੇ ਵਿੱਚ ਮੈਂਸ਼ਨ ਕੀਤਾ ਗਿਆ ਹੋਵੇ? AOA ਵਿੱਚ। ਇਨ ਐਨੀ ਕੇਸ AOA ਵਿੱਚ ਮੈਂਸ਼ਨ ਨਹੀਂ ਹੈ, ਠੀਕ ਹੈ, ਤਾਂ ਇਹਦੇ ਲਈ ਸਪੈਸ਼ਲ ਰੈਜ਼ੋਲੂਸ਼ਨ ਪਾਸ ਕੀਤਾ ਜਾਂਦਾ ਜਰਨਲ ਮੀਟਿੰਗ 'ਚ, ਠੀਕ ਹੈ। ਅਤੇ ਆਡੀਟਰ ਦੀ ਡਿਊਟੀ ਕੀ ਹੈ ਰਾਜੇ? ਇਹਦੇ ਵਿੱਚ ਇਹੀ ਕਿ ਰਜਿਸਟਰ ਆਫ ਡਾਇਰੈਕਟਰ ਚੈੱਕ ਕਰਨਾ ਕਿ ਜਿੰਨੇ ਡਾਇਰੈਕਟਰਸ ਨੇ, ਠੀਕ ਹੈ, ਉਹਨਾਂ ਨੂੰ ਹੀ ਪੇਮੈਂਟ ਜਾਵੇ। ਐਂ ਤਾਂ ਨਾ ਹੋਵੇ ਵੀ ਡਾਇਰੈਕਟਰ ਕੰਪਨੀ ਦੇ 3 ਨੇ ਅਤੇ ਪੇਮੈਂਟ 5 ਜਾਣਿਆਂ ਨੂੰ ਜਾ ਰਹੀ ਹੈ, ਠੀਕ ਹੈ। ਦੈਨ ਕੰਪਨੀ ਦੇ AOA ਅਲਾਓ ਕਰਦੇ ਹੈ, ਠੀਕ ਹੈ, ਜੇ ਅਤੇ ਉਹ ਅਲਾਓ ਕਰਦੇ ਆ ਪੇਮੈਂਟ ਕਰਨੀ, ਠੀਕ ਹੈ, ਜਿੰਨੀ ਉਹਨਾਂ ਨੂੰ ਪੇਮੈਂਟ ਅਲਾਓ ਹੈ ਉਹ ਕਿਹਦੇ ਬੇਸ 'ਤੇ ਕੀਤੀ ਜਾਣੀ ਚਾਹੀਦੀ ਹੈ? ਜਿੰਨੀ ਉਹਨਾਂ ਨੇ ਮੀਟਿੰਗਸ ਅਟੈਂਡ ਕੀਤੀਆਂ, ਠੀਕ ਹੈ। ਦੈਨ ਇਹਨਾਂ ਨੂੰ ਜਿਹੜੀ ਵੀ ਫੀਸ ਹੁੰਦੀ ਹੈ, ਠੀਕ ਹੈ ਰਾਜੇ, ਉਹ ਇਨਕਮ ਟੈਕਸ ਡਿਡਕਟ ਹੋਣ ਤੋਂ ਬਾਅਦ ਦਿੱਤੀ ਜਾਂਦੀ ਹੈ, TDS ਕੱਟ ਕੇ ਦਿੱਤੀ ਜਾਂਦੀ ਹੈ, ਠੀਕ ਹੈ। ਇਨ ਐਨੀ ਕੇਸ ਇਹਨਾਂ ਦੀ ਕੋਈ ਫੀਸ ਪੇ ਹੋਣ ਤੋਂ ਰਹਿੰਦੀ ਹੈ, ਠੀਕ ਹੈ, ਤਾਂ ਉਹਨੂੰ ਬੈਲੈਂਸ ਸ਼ੀਟ 'ਚ ਐਜ਼ ਅ ਆਊਟਸਟੈਂਡਿੰਗ ਲਾਇਬਿਲਿਟੀ ਸ਼ੋ ਕੀਤਾ ਜਾਏਗਾ, ਠੀਕ ਹੈ। ਜੇ ਉਹਨਾਂ ਨੂੰ ਕੋਈ ਫੀਸ ਪੇ ਨਹੀਂ ਹੋਈ, ਅਜੇ ਪੇਮੈਂਟ ਕਰਨ ਤੋਂ ਰਹਿੰਦੀ ਹੈ, ਤਾਂ ਉਹ ਆਊਟਸਟੈਂਡਿੰਗ ਲਾਇਬਿਲਿਟੀਜ਼ ਵਾਂਗੂ ਸ਼ੋ ਕਰਨਗੇ, ਠੀਕ ਹੈ। ਹੋਰ ਇਹਦੇ ਵਿੱਚ ਜੇ ਕੋਈ ਇਨਕਰੀਜ਼ ਹੁੰਦਾ ਇਹਨਾਂ ਦੀ ਫੀਸ ਵਿੱਚ, ਠੀਕ ਹੈ, ਤਾਂ ਇਹ ਦੇਖਿਆ ਜਾਵੇ ਵੀ ਉਹਨੂੰ ਅਪਰੂਵ ਕੀਤਾ ਗਿਆ ਰੈਜ਼ੋਲੂਸ਼ਨ ਵਿੱਚ ਕਿ ਜਿਹੜਾ ਜਨਰਲ ਮੀਟਿੰਗ 'ਚ ਰੈਜ਼ੋਲੂਸ਼ਨ ਸੀ ਕਿ ਨਹੀਂ ਕੀਤਾ ਗਿਆ, ਠੀਕ ਹੈ। ਜੇ ਇੰਨਾ ਨਹੀਂ ਕੇਸ ਇਹਨਾਂ ਦੀ ਜਿਹੜੀ ਸਪੋਜ਼ ਫੀਸ ਪੇਮੈਂਟ ਹੈ ਪਹਿਲਾਂ 1 ਲੱਖ ਮਿਲਦਾ ਸੀਗਾ, ਹੁਣ 1.25 ਲੱਖ ਮਿਲਣ ਲੱਗ ਗਿਆ, ਤਾਂ ਜਿਹੜਾ ਉਹ 25,000 ਵੱਧ ਦੇ ਰਹੇ ਨੇ, ਠੀਕ ਹੈ, ਤਾਂ ਉਹਨੂੰ ਕਿੱਥੇ ਅਪਰੂਵ ਕੀਤਾ ਗਿਆ, ਠੀਕ ਹੈ, ਵਾਕਈ ਉਹਨੂੰ ਅਪਰੂਵ ਕੀਤਾ ਗਿਆ ਕਿ ਨਹੀਂ, ਠੀਕ ਹੈ। ਨੈਕਸਟ ਦੇਖੋ ਰਾਜੇ, ਜੇ ਕੋਈ ਰੈਂਟ ਪੇ ਕਰਦੀ ਹੈ ਕੰਪਨੀ ਤਾਂ ਉਹ ਕਿੰਨਾ ਰੈਂਟ ਬਣਦਾ ਮਹੀਨੇ ਦਾ, ਠੀਕ ਹੈ। ਐਕਚੁਅਲ 'ਚ ਉਹ ਜਿਹਦੇ ਰੈਂਟ ਪੇ ਕਰ ਰਹੀ ਹੈ ਉਹ ਚੀਜ਼ ਨੂੰ ਯੂਜ਼ ਵੀ ਕਰ ਰਹੀ ਹੈ, ਠੀਕ ਹੈ, ਪਲੱਸ ਉਹਦੇ ਵਿੱਚ ਕੋਈ ਰੈਂਟ ਐਗਰੀਮੈਂਟ ਹੈਗੇ ਨੇ, ਠੀਕ ਹੈ, ਉਹ ਤੋਂ ਕਨਫਰਮ ਕਰੇਗੀ ਵੀ ਹਾਂ ਉਹ ਕਿੰਨਾ ਰੈਂਟ ਬਣਦਾ ਉਹਦਾ, ਠੀਕ ਹੈ। ਦੈਨ ਨੈਕਸਟ ਆ ਜਾਂਦੀ ਹੈ ਰਾਜੇ ਇੰਸ਼ੋਰੈਂਸ ਪ੍ਰੀਮੀਅਮ ਕਰ ਲਓ, ਇਹ ਜ਼ਿਆਦਾ ਈਜ਼ੀ ਹੈ। ਇੰਸ਼ੋਰੈਂਸ ਪ੍ਰੀਮੀਅਮ 'ਚ ਕੀ ਹੈ ਰਾਜੇ ਕਿ ਇੰਸ਼ੋਰੈਂਸ ਕਰਾਈ ਹੋਈ ਹੈ ਕੰਪਨੀ ਨੇ, ਹੁਣ ਭਾਵੇਂ ਫਾਇਰ ਕਰਾਈ ਹੋਵੇ, ਐਕਸੀਡੈਂਟ ਕਰਾਈ ਹੋਵੇ ਜਾਂ ਵੈਸੇ ਕੋਈ ਨੋਰਮਲੀ ਕਰਾਈ ਹੋਵੇ, ਠੀਕ ਹੈ, ਤਾਂ ਉਹ ਇੰਸ਼ੋਰੈਂਸ ਪੋਲਿਸੀ ਦੇ ਥਰੂ ਚੈੱਕ ਕਰੇਗਾ ਵੀ ਕਿੰਨਾ ਪ੍ਰੀਮੀਅਮ ਹੈ, ਕਿਉਂਕਿ ਉਹਦੇ 'ਚ ਮੈਂਸ਼ਨ ਹੋਏਗਾ, ਠੀਕ ਹੈ। ਦੈਨ ਪ੍ਰੀਮੀਅਮ ਜਦੋਂ ਭਰਦੀ ਹੈ ਕੰਪਨੀ ਅਤੇ ਉਹਨੂੰ ਰਿਸਿਪਟ ਮਿਲਦੀ ਹੈ, ਠੀਕ ਹੈ, ਤਾਂ ਉਹ ਰਿਸਿਪਟ ਨਾਲ ਕਨਫਰਮ ਕਰ ਸਕਦਾ ਆਡੀਟਰ, ਠੀਕ ਹੈ। ਨੈਕਸਟ ਦੇਖੋ ਬੱਚੇ ਟਰੈਵਲਿੰਗ ਐਕਸਪੈਂਸ। ਟਰੈਵਲਿੰਗ ਐਕਸਪੈਂਸ 'ਚ ਐਂ ਹੁੰਦਾ ਰਾਜੇ ਕਿ ਜੇ ਕੋਈ ਕੰਪਨੀ ਦੇ ਬਿਹਾਫ 'ਤੇ ਕਿਤੇ ਕੰਪਨੀ ਦਾ ਕੰਮ ਕਰਨ ਲਈ ਇੱਕ ਥਾਂ ਤੋਂ ਦੂਜੀ ਜਗ੍ਹਾ ਜਾਂਦਾ, ਠੀਕ ਹੈ, ਤਾਂ ਉਹ ਕੰਪਨੀ ਨਾ ਉਹ ਜਿਹੜਾ ਉਹਦਾ ਖਰਚਾ ਹੋਇਆ ਹੁੰਦਾ ਟਰੈਵਲਿੰਗ 'ਤੇ ਉਹਨੂੰ ਵਾਪਿਸ ਕਰ ਦਿੰਦੀ ਹੈ, ਭਾਵੇਂ ਆਉਣ ਜਾਣ ਦਾ ਹੋਵੇ, ਖਾਣ ਪੀਣ ਦਾ ਹੋਵੇ, ਰਹਿਣ ਦਾ ਹੋਵੇ, ਠੀਕ ਹੈ। ਬਟ ਇਹਦੇ ਵਿੱਚ ਇਹ ਚੀਜ਼ ਹੁੰਦੀ ਹੈ ਰਾਜੇ ਕਿ ਜਿਹੜੀ
डिफरेंट पोजीशनस ਦੇ ਨਾ ਡਿਫਰੈਂਟ ਐਕਸਪੈਂਸਿਸ ਅਲਾਉਡ ਹੁੰਦੇ ਨੇ। ਜਿਵੇਂ ਜਿਹੜੇ ਹਾਇਰ ਪੋਸਟ 'ਤੇ ਹੁੰਦੇ ਨੇ ਹੈ ਨਾ, ਉਹਨਾਂ ਨੂੰ ਅਲਾਉਡ ਹੁੰਦਾ ਸਪੋਜ਼ 50,000, ਠੀਕ ਹੈ, ਇੱਕ ਟਰਿਪ ਦਾ। ਅਤੇ ਜੇ ਕੋਈ ਲੋ ਲੈਵਲ 'ਤੇ ਉਹਨਾਂ ਨੂੰ ਅਲਾਉਡ ਹੁੰਦਾ 10,000। ਹੁਣ ਜੇ ਕੋਈ ਬੰਦਾ ਹਾਇਰ ਲੈਵਲ ਦਾ, ਠੀਕ ਹੈ, ਕੰਪਨੀ ਦੇ ਪਰਪਸ ਤੋਂ ਗਿਆ, ਟਰੈਵਲ ਕੀਤਾ ਉਹਨੇ, ਤਾਂ ਕੰਪਨੀ ਨੂੰ ਉਹਦੇ ਟਰੈਵਲ ਐਕਸਪੈਂਸਿਸ ਵਾਪਿਸ ਕਰਦੀ ਹੈ, ਰੀਇੰਬਰਸ ਕਹਿੰਦੇ ਹਨ, ਠੀਕ ਹੈ, ਰੀਇੰਬਰਸ ਕਰਨਾ। ਅਤੇ ਕੰਪਨੀ ਉਹਨੂੰ ਜਦੋਂ ਰੀਇੰਬਰਸ ਕਰੇਗੀ ਅਤੇ ਸਪੋਜ਼ ਉਹਨੇ 55,000 ਦਾ ਐਕਸਪੈਂਸ ਕਰਕੇ ਆਇਆ ਉਹ, ਅਤੇ ਕੰਪਨੀ 'ਚ ਉਹਦੀ ਲਿਮਿਟ ਕਿੰਨੀ ਆ ਵੀ ਉਹ ਕਿੰਨਾ ਖਰਚਾ ਕਰ ਸਕਦਾ ਇੱਕ ਟਰਿਪ 'ਤੇ, 50,000। ਅਤੇ ਕੰਪਨੀ ਉਹਨੂੰ ਕਿੰਨੇ ਪੈਸੇ ਰੀਇੰਬਰਸ ਕਰੇਗੀ, 50,000 ਹੀ ਕਰੇਗੀ, ਠੀਕ ਹੈ। ਉਹ 5,000 ਨਹੀਂ ਕਰੇਗੀ, ਕਿਉਂਕਿ ਉਹਨੂੰ ਆਲਰੇਡੀ ਪਤਾ ਸੀ ਵੀ ਮੇਰੀ ਲਿਮਿਟ ਕਿੰਨੀ ਹੈ, 50,000 ਦੀ। ਸੋ ਉਹਨੂੰ ਓਨੇ ਪੈਸੇ ਹੀ ਵਾਪਿਸ ਹੋਣਗੇ, ਉਸ ਤੋਂ ਜ਼ਿਆਦਾ ਨਹੀਂ, ਠੀਕ ਹੈ। ਕੰਪਨੀ ਦੀ ਪੋਲਿਸੀਜ਼ 'ਚ ਹੁੰਦਾ ਵੀ ਕਿਹੜਾ ਬੰਦਾ ਕਿੰਨਾ ਖਰਚਾ ਕਰ ਸਕਦਾ, ਠੀਕ ਹੈ। ਜਿਸ ਤੋਂ ਵੱਧ ਉਹ ਐਕਸਪੈਂਸ ਕਰਦਾ ਤਾਂ ਉਹਨੂੰ ਵਾਪਿਸ ਨਹੀਂ ਮਿਲਦੇ, ਠੀਕ ਹੈ। ਕਹਿੰਦੇ ਰੀਇੰਬਰਸ ਕਰਨਾ ਐਕਸਪੈਂਸਿਸ ਨੂੰ। ਉਵੇਂ ਹੀ ਰਾਜੇ ਬਾਕੀ ਸਾਰੀਆਂ ਆਈਟਮਸ ਹੋਰ ਨੇ, ਠੀਕ ਹੈ। ਇੰਟਰਸਟ ਹੋ ਗਿਆ, ਡਿਵੀਡੈਂਟ ਹੋ ਗਿਆ, ਠੀਕ ਹੈ, ਇਨਕਮ ਟੈਕਸ, ਐਕਸਾਈਜ਼ ਡਿਊਟੀ। ਥਿੰਕ ਆਪਾਂ ਕਾਫੀ ਸਾਰੇ ਪੁਆਇੰਟਸ ਕਵਰ ਕਰ ਲਏ, ਇੰਨਾ ਬਹੁਤ ਹੋਊਗਾ, ਠੀਕ ਹੈ। ਓਕੇ, ਇਹਦੇ ਨਾਲ ਆਪਣਾ ਇਹ ਵਾਲਾ ਕੈਸ਼ ਟ੍ਰਾਂਜੈਕਸ਼ਨਸ ਵਾਲਾ ਚੈਪਟਰ ਖ਼ਤਮ ਹੋ ਜਾਂਦਾ ਰਾਜੇ। ਫਿਰ ਕੱਲ੍ਹ ਤੋਂ ਆਪਾਂ ਨੈਕਸਟ ਚੈਪਟਰ ਕਰਾਂਗੇ।